खुशी ਦੇ ਪਲ 'ਚ ਆਉਂਦੇ ਸੀ ਤੇ ਇੱਕੋ ਹੀ ਗੱਲ ਕਰਦੇ ਹੁੰਦੇ ਸੀਗੇ ਭਈ ਭਾਈ ਮਨੀ ਸਿੰਘ ਦਾ ਜਿਹੜਾ ਸੀ ਉਹ ਬੰਦ ਕੱਟਿਆ ਗਿਆ। ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਦੇ ਨਾਲੋਂ ਵੱਖਰਾ ਹੋ ਕੇ ਆਨੰਦ 'ਚ ਹੀ ਸਿੰਘੋ ਅਰਦਾਸ ਕਰੋ। ਮੈਂ ਭਾਈ ਮਨੀ ਸਿੰਘ ਤਾਂ ਨਹੀਂ, ਪਰ ਮਹਾਰਾਜ ਇਹੋ ਜਿਹਾ ਸਮਾਂ ਬਣਾਵੇ ਤੇ ਇਸ ਤਰ੍ਹਾਂ ਖੁਸ਼ੀ ਦੇ ਨਾਲ ਸ਼ਹੀਦੀ ਦੇਈਏ। ਗੱਲ ਮੈਨੂੰ ਯਾਦ ਆ, ਮੈਂ ਦੱਸਣਾ ਚਾਹੁੰਦਾ, ਅਸੀਂ ਮਹਿਤੇ ਸੀਗੇ। 6 ਜੂਨ ਸ਼ਾਮ ਨੂੰ रेडियो ਦੇ ਉੱਤੇ एक खबर आती आ भी जरनैल सिंह जी का शव जो है बरामद हो गया और वो आ जाता, लेकिन 7 तरीक ਨੂੰ फिर वही खबर फिर बदल दी जाती है भी ਉਹਨਾਂ ਦਾ ਵੀ ਉਹ ਮਿਲਿਆ ਨਹੀਂ, ਲਾਪਤਾ ਵਾ ਜਾਂ ਇਸ ਤਰ੍ਹਾਂ। ਤੇ ਮਹਾਂਪੁਰਸ਼ਾਂ ਨੇ ਕਿਹਾ ਅਸੀਂ ਹਰਗੋਬਿੰਦ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਜੀ ਦਾ ਆਪਣਾ ਜਿਹੜਾ ਨਿਸ਼ਾਵਰ ਕਰ ਦੇਣਾ, ਸ਼ਹੀਦੀ ਪ੍ਰਾਪਤ ਕਰ ਦੇਣੀ ਆ। ਅੱਗੇ ਜਿਹੜਾ ਪੰਥ ਦਾ ਮਾਲਕ ਆ ਉਹ ਗੁਰੂ ਹਰਗੋਬਿੰਦ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ, ਉਹ ਆਪੇ ਸਮਝਾਉਣੇ। ਜੋ ਸਾਡੀ ਡਿਊਟੀ ਲੱਗੀ ਆ, ਅਸੀਂ ਆਪਣੀ ਡਿਊਟੀ ਜਿਹੜੀ ਹੈਗੀ ਆ ਬਾਖੂਬੀ ਦੇ ਨਾਲ ਨਿਭਾ ਦੇਣੀ ਆ। ਇੱਕ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਸ਼ਹੀਦੀ ਪ੍ਰਾਪਤ ਕਰ ਜਾਣੀ। ਦੂਜੀ ਉਹਨਾਂ ਨੇ ਦਮਦਮੀ ਟਕਸਾਲ ਦੇ ਰੂਪ ਵਿੱਚ ਸਾਨੂੰ ਕਿਹਾ ਵੀ ਤੁਸੀਂ ਜਥੇਬੰਦੀ ਤੋਂ ਪਾਸੇ ਹੋ ਕੇ ਨਹੀਂ ਜਾਣਾ, ਜਥੇਬੰਦੀ ਦੇ ਵਿੱਚ ਰਹਿਣਾ। ਫਿਰ ਤੀਜਾ ਵਚਨ ਉਹਨਾਂ ਨੇ ਕਿਹਾ ਵੀ ਸਾਡੀ ਸ਼ਹੀਦੀ ਤੋਂ ਬਾਅਦ ਤੁਸੀਂ ਸਾਰੇ ਜਿਹੜੇ ਹੈਗਾ ਜੋ ਕੁਝ ਵੀ ਇਸ ਪੰਥ ਵਾਸਤੇ ਕਰ ਸਕਦੇ ਤੇ ਉਹਦਾ ਯਤਨ ਕਰਿਓ। ਅਕਾਲ ਤਖਤ ਸਾਹਿਬ ਦਾ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਮਜਬੂਰ ਕੀਤਾ। ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕੋਠਾ ਸਾਹਿਬ ਠੀਕ ਠਾਕ ਹੈ, ਪਰ ਉਹ ਜਿਹੜਾ ਕੋਠਾ ਸਾਹਿਬ ਠੀਕ ਠਾਕ ਵਾਲਾ ਜਿਹੜਾ ਸ਼ਬਦ ਸੀ, ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਅਸਤੀਫੇ ਦੇਣੇ ਪਏ। ਔਰ ਕੌਮ ਨੂੰ ਭਾਵੇਂ ਬਹੁਤ ਸਾਰੇ ਲੋਕ ਕਹਿੰਦੇ ਆ ਕੌਮ ਨੂੰ ਪ੍ਰਾਪਤੀਆਂ ਨਹੀਂ ਹੁੰਦੀਆਂ, ਪਰ ਕੌਮ ਦੀ ਇੱਜ਼ਤ ਮਾਣ ਹੀ ਇਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ। ਜੂਨ 84 ਦਾ ਜਦੋਂ ਸਾਕਾ ਵਾਪਰਦਾ ਹੈ ਤਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਪਣਾ ਅਹਿਮ ਰੋਲ ਅਦਾ ਕਰਦੇ ਨੇ। ਜਿੱਥੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ, ਉੱਥੇ ਨਾਲ ਦੀ ਨਾਲ ਬਾਹਰਲੀਆਂ ਜ਼ਿੰਮੇਵਾਰੀਆਂ, ਜੇ ਮਹਿਤਾ ਚੌਂਕ ਦੀ ਗੱਲ ਕਰੀਏ, ਤਰਨਤਾਰਨ ਦੀ ਗੱਲ ਕਰੀਏ ਜਾਂ ਹੋਰ ਆਲੇ ਦੁਆਲੇ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਗੱਲ ਕਰੀਏ, ਤਾਂ ਉੱਥੇ ਵੀ ਉਹਨਾਂ ਨੇ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਨੇ। ਕੁਝ ਸਿੰਘਾਂ ਨੂੰ ਉਹਨਾਂ ਨੇ ਪਹਿਲਾਂ ਹੀ ਇਹ ਜ਼ਿੰਮੇਵਾਰੀਆਂ ਸੰਭਾਲ ਦਿੱਤੀਆਂ ਸਨ ਵੀ ਮਹਿਤਾ ਚੌਂਕ ਦੀਆਂ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ, ਜਾਂ ਅੰਮ੍ਰਿਤਸਰ ਦੇ ਵਿੱਚ ਬਾਕੀ ਬਣੇ ਹੋਏ ਗੁਰਦੁਆਰਾ ਸਾਹਿਬ ਦੀਆਂ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ। ਜਿਨ੍ਹਾਂ ਦੇ ਵਿੱਚੋਂ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਦੇ ਨਾਲ ਅੱਜ ਤੁਹਾਡੀ ਗੱਲਬਾਤ ਕਰਵਾਉਣੀ ਹੈ, ਜਿਹੜੇ ਮਹਿਤਾ ਚੌਂਕ ਰਹੇ। ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜਾਂਦਾ ਹੈ, ਉਸ ਤੋਂ ਪਹਿਲਾਂ ਲਗਭਗ 26 ਮਈ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਆ ਕੇ ਬਾਬਾ ਜਰਨੈਲ ਸਿੰਘ ਜੀ ਨੂੰ ਮਿਲਦੇ ਨੇ, ਕਿਉਂਕਿ ਸਪੈਸ਼ਲ ਤੌਰ ਤੇ ਇਹਨਾਂ ਨੂੰ ਮਹਿਤਾ ਚੌਂਕ ਤੋਂ ਬੁਲਾਇਆ ਗਿਆ ਸੀ ਅਕਾਲ ਤਖਤ ਤੇ। ਬਾਬਾ ਜਰਨੈਲ ਸਿੰਘ ਜੀ ਨੇ ਕਿਹੜੀਆਂ ਗੱਲਾਂ ਬਾਤਾਂ ਕੀਤੀਆਂ ਸਨ, ਕਿਹੜੀ ਜ਼ਿੰਮੇਵਾਰੀ ਤੁਹਾਨੂੰ ਨਿਭਾਉਣ ਲਈ ਕਿਹਾ ਸੀ, ਉਸ ਤੋਂ ਬਾਅਦ ਦੇ ਵਿੱਚ ਕਿੰਨਾ ਸਮਾਂ ਜਿਹੜਾ ਇਹ ਅਕਾਲ ਤਖਤ ਤੇ ਰਹੇ ਜਾਂ ਮਹਿਤੇ ਚੌਂਕ ਦੀ ਕਿਹੜੀ ਜ਼ਿੰਮੇਵਾਰੀ ਨਿਭਾਈ। ਕਿਉਂਕਿ ਦਮਦਮੀ ਟਕਸਾਲ ਦਾ ਜਿਹੜਾ ਮੁੱਖ ਆਪਾਂ ਕਹਿ ਸਕਦੇ ਹਾਂ ਗੁਰਦੁਆਰਾ ਸਾਹਿਬ, ਜਿੱਥੇ ਟਕਸਾਲੀ ਸਿੰਘ ਸੰਥਿਆ ਲੈਂਦੇ ਨੇ ਅਤੇ ਬਾਬਾ ਜਰਨੈਲ ਸਿੰਘ ਜੀ ਵੀ ਉੱਥੇ ਵਿਚਰਦੇ ਰਹੇ, ਉੱਥੇ ਦੀਆਂ ਕੀ ਜ਼ਿੰਮੇਵਾਰੀਆਂ ਇਹਨਾਂ ਨੇ ਨਿਭਾਈਆਂ ਨੇ, ਉਹ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਭਾਈ ਅਜੈਬ ਸਿੰਘ ਜੀ ਅਭਿਆਸੀ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਦੇ ਵਿੱਚ ਜਦੋਂ ਅਟੈਕ ਹੁੰਦਾ ਹੈ ਜੀ, ਉਸ ਤੋਂ ਪਹਿਲਾਂ ਤੁਸੀਂ ਬਾਬਾ ਜਰਨੈਲ ਸਿੰਘ ਜੀ ਨੂੰ ਆ ਕੇ ਮਿਲਦੇ ਹੋ, ਕਿਹੜੀਆਂ ਵਿਚਾਰਾਂ ਹੋਈਆਂ? ਗੁਰੂ ਪਿਆਰੇ ਗੁਰੂ ਖਾਲਸਾ ਜੀ, ਸਿੱਖ ਪੰਥ ਦੇ ਵਿੱਚ ਬਹੁਤ ਸਾਰੇ ਸਾਕੇ ਵਾਪਰਦੇ ਨੇ, ਘੱਲੂਘਾਰੇ ਹੁੰਦੇ ਨੇ। ਇਸੇ ਤਰ੍ਹਾਂ ਹੀ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਘੱਲੂਘਾਰਾ, ਜੋ ਤੀਜੇ ਘੱਲੂਘਾਰੇ ਦੇ ਰੂਪ ਦੇ ਵਿੱਚ ਸਿੱਖ ਪੰਥ ਜਾਣਦਾ, ਔਰ ਜਿਹਨੂੰ ਆਪਾਂ ਇੱਕ ਸਿੱਖ ਪੰਥ ਦੀ ਹਿੰਦੁਸਤਾਨ ਸਰਕਾਰ ਵੱਲੋਂ ਨਸਲਕੁਸ਼ੀ ਵੀ ਕਿਹਾ ਜਾਂਦਾ। ਇਹ ਉਸ ਵੇਲੇ ਦਾ ਸਾਕਾ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਸਿੱਖ ਪੰਥ ਦੇ ਹੱਕਾਂ ਵਾਸਤੇ, ਔਰ ਜੋ ਉਸ ਵੇਲੇ ਸਿੱਖ ਪੰਥ ਨੇ ਬਹੁਤ ਵੱਡਾ ਇੱਕ ਸੰਘਰਸ਼ ਧਰਮਯੁੱਧ ਮੋਰਚੇ ਦੇ ਰੂਪ ਦੇ ਵਿੱਚ ਆਰੰਭਿਆ ਹੋਇਆ ਸੀਗਾ। ਇਹ ਸਾਨੂੰ ਕੀ ਹੁਕਮ ਹੈ? ਤੇ ਮਹਾਂਪੁਰਸ਼ਾਂ ਨੇ ਕਿਹਾ ਅਸੀਂ ਹਰਗੋਬਿੰਦ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਜੀ ਦਾ ਆਪਣਾ ਜਿਹੜਾ ਨਿਸ਼ਾਵਰ ਕਰ ਦੇਣਾ, ਸ਼ਹੀਦੀ ਪ੍ਰਾਪਤ ਕਰ ਦੇਣੀ ਆ। ਅੱਗੇ ਜਿਹੜਾ ਪੰਥ ਦਾ ਮਾਲਕ ਆ ਉਹ ਗੁਰੂ ਹਰਗੋਬਿੰਦ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ,
ਉਹ ਆਪੇ ਸਮਝਾਉਣ। ਜੋ ਸਾਡੀ ਡਿਊਟੀ ਲੱਗੀ ਆ, ਅਸੀਂ ਆਪਣੀ ਡਿਊਟੀ ਜਿਹੜੀ ਹੈਗੀ ਆ ਬਾਖੂਬੀ ਦੇ ਨਾਲ ਨਿਭਾ ਦੇਣੀ ਆ। ਮਹਿਤੇ ਬਾਰੇ ਦਾਸ ਕੋ ਜਾਣਕਾਰੀ ਲਈ ਅਸੀਂ ਉਹਨਾਂ ਨੂੰ ਦੱਸਤਾ। ਬੜਾ ਉਹਨਾਂ ਨੇ ਖੁਸ਼ੀ ਦੇ ਨਾਲ ਕਿਹਾ ਵੀ ਜਿੱਥੇ 34 ਹੋਰ ਸਾਰੇ ਗੁਰਧਾਮਾਂ ਦੇ ਉੱਤੇ ਫੌਜ ਨੇ ਘੇਰਾ ਪਾਉਣਾ, ਪਰ ਮਹਿਤੇ ਦੇ ਵਿੱਚ ਤੁਸੀਂ ਫਿਕਰ ਨਾ ਕਰਿਓ, ਉੱਥੇ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਏਗਾ। ਔਰ ਬਿਲਕੁਲ ਉਹਨਾਂ ਦੇ ਜੋ ਬਚਨ ਸਨ ਉਹਦੇ ਮੁਤਾਬਕ ਹੀ ਹੋਇਆ। ਉਸ ਵੇਲੇ 11 ਮੇਜਰ ਸਨ, 4 ਸਫੇਰੇ ਆਰਮੀ ਨੇ ਘੇਰਾ ਪਾਇਆ ਹੋਇਆ ਸੀ, ਪਰ ਐਸਾ ਗੁਰੂ ਸਾਹਿਬ ਦੀ ਖੇਡ ਖੇਡੀ, ਲੋਕ ਪੰਚਾਇਤਾਂ ਆਈਆਂ, ਗੱਲਬਾਤ ਹੋਈ, ਪਰ ਉਹਨਾਂ ਨੇ ਇੱਕ ਤਲਾਸ਼ੀ ਤਾਂ ਲਈ 4 ਤਰੀਕ ਨੂੰ। ਪਰ ਜੋ ਉਹਨਾਂ ਨੇ ਮੇਜਰ ਜਗਜੀਤ ਸਿੰਘ ਸਨ, ਉਦੋਂ ਮਗਰੋਂ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਫਿਰ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ। ਪਰ ਜੋ ਉਸ ਬੰਦੇ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਤੁਹਾਨੂੰ ਕੋਈ ਅਰੈਸਟ ਨਹੀਂ ਕਰਾਂਗਾ, ਕੋਈ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ, ਉਹ ਆਪਣੇ ਬਚਨਾਂ ਤੇ ਪੂਰਾ ਰਿਹਾ। ਸਾਡਾ ਉਹਨਾਂ ਨੇ ਪੂਰਾ ਉੱਥੇ ਤਲਾਸ਼ੀ ਲਈ, ਹਰ ਚੀਜ਼ ਲਈ। ਸਾਡੇ ਕੋਲ ਲਾਇਸੈਂਸੀ ਹਥਿਆਰ ਸਨ। ਜਿਹੜੇ ਸੀਗੇ ਜੀ ਮਹਿਤਾ ਚੌਂਕ ਕਿੰਨੇ ਕੁ ਸਿੰਘ ਰਹਿੰਦੇ ਸਨ? ਉਸ ਵੇਲੇ ਕੋਈ 100-150 ਸਿੰਘ ਸਨ, ਜ਼ਿਆਦਾ ਬਜ਼ੁਰਗ ਸਨ ਜਾਂ ਛੋਟੇ ਬੱਚੇ ਸਨ। ਪਰ ਜਦੋਂ ਆਰਮੀ ਦਾ ਆਣ ਕੇ 3 ਤਰੀਕ ਨੂੰ ਜਦੋਂ ਘੇਰਾ ਪਾ ਲੈਂਦਾ, ਤੇ ਕੁਝ ਜਿਹੜੇ ਬੱਚੇ ਸਨ, ਬਜ਼ੁਰਗ ਸਨ, ਉਹ ਅਸੀਂ ਆਪ ਹੀ ਉਹਨਾਂ ਨੂੰ ਬੇਨਤੀ ਕਰ ਦਿੱਤੀ ਸੀਗੀ ਵੀ ਤੁਸੀਂ ਜਿਹੜੇ ਲਾਗੇ ਪਿੰਡਾਂ ਦੇ ਵਿੱਚ ਘਰਾਂ ਚਲ ਗਏ। ਪਤਾ ਲੱਗਦਾ ਸੀ ਕਿਉਂਕਿ ਸੋਸ਼ਲ ਮੀਡੀਆ ਦੀ ਬੜੀ ਘਾਟ ਸੀ। ਨਹੀਂ, ਅਸੀਂ ਇੱਥੇ ਆਉਣਾ ਜਾਣਾ ਸੀ। ਸਾਡਾ ਇਹ ਹਰ ਚੌਥੇ ਦਿਨ, 5ਵੇਂ ਦਿਨ, 6ਵੇਂ ਦਿਨ ਸਾਡਾ ਸੰਪਰਕ ਸੀ। ਉਸ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਵਾਤਾਵਰਣ ਸੀ, ਪਹਿਲਾਂ CRP BSF ਨੇ 4 ਸਫੇਰੇ ਘੇਰਾ ਪਾਇਆ ਹੋਇਆ ਸੀਗਾ, ਔਰ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀਗਾ ਕਿ ਸਾਰੀ ਫੌਜ ਦੀ ਤਿਆਰੀ ਹੋ ਚੁੱਕੀ ਹੋਈ ਆ। ਔਰ ਉਸ ਦੇ ਤਹਿਤ ਹੀ ਜਿਹੜੇ ਸਾਡੇ ਸਿੰਘ ਸਨ ਮਹਾਂਪੁਰਸ਼ਾਂ ਦੇ ਨਾਲ ਰਹਿੰਦੇ, ਉਹਨਾਂ ਨੇ 4 ਸਫੇਰੇ ਆਪਣੀ ਵਿਉਂਤਬੰਦੀ ਵੀ ਕੀਤੀ ਹੋਈ ਸੀ। ਔਰ ਇਹ ਦ੍ਰਿੜ ਨਿਸ਼ਚਾ ਸੀ ਸਾਰੇ ਸਿੰਘਾਂ ਦਾ ਵੀ ਆਪਾਂ ਜੂਝਦਿਆਂ ਹੋਇਆ, ਲੜਦਿਆਂ ਹੋਇਆ, ਸਰਕਾਰ ਦੇ ਨਾਲ ਲੋਹਾ ਲੈਂਦਿਆਂ ਹੋਇਆ ਆਪਾਂ ਸ਼ਹੀਦੀ ਪ੍ਰਾਪਤ ਕਰਨੀ ਕਿ ਹੈ। ਪਹਿਲਾਂ ਜਿਹੜੇ ਸੀ ਉਹ ਅਸਾਰ ਬਣਨੇ ਸ਼ੁਰੂ ਹੋ ਗਏ ਸੀ ਵੀ ਅਟੈਕ ਹੋਏਗਾ ਹੀ ਹੋਏਗਾ। ਸਾਰੇ ਸਿੰਘਾਂ ਨੂੰ ਉਹਨਾਂ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਬੁਲਾਇਆ, ਔਰ ਸਾਰੇ ਸਿੰਘਾਂ ਨੂੰ ਕਿਹਾ ਵੀ ਜਿਹੜਾ ਵੀ ਸਿੱਖ ਕੋਈ ਖੁਸ਼ੀ ਨਾ ਜਾਣਾ ਚਾਹੁੰਦਾ ਉਹ ਜਾ ਸਕਦਾ। ਅਸੀਂ ਇੱਥੇ ਸ਼ਹੀਦੀ ਪਾਉਣੀ ਸਾਰਿਆਂ ਨੂੰ ਇੱਕ ਇੱਕ ਕਰਕੇ ਬੁਲਾਇਆ, ਪਰ ਕੋਈ ਵੀ ਸਿੰਘ ਜਿਹੜਾ ਸੀ ਉਹ ਘਰ ਜਾਣ ਵਾਸਤੇ ਤਿਆਰ ਨਹੀਂ ਹੋਇਆ। ਫਿਰ ਸਾਰੇ ਸਿੰਘਾਂ ਨੂੰ ਮਹਾਂਪੁਰਸ਼ਾਂ ਨੇ ਸਰੋਪਾ ਦਿੱਤੇ। ਫਿਰ ਸਾਰੇ ਸਿੰਘਾਂ ਕੋ ਮਹਾਰਾਜ ਮਹਾਂਪੁਰਸ਼ਾਂ ਨੇ ਇੱਕ ਕਿਸਮ ਦੀ ਉਹਨਾਂ ਕੋ ਮਾਫੀ ਮੰਗੀ ਵੀ ਆਪਾਂ ਸਾਰੇ ਇਕੱਠੇ ਰਹਿੰਦੇ ਆ, ਕਿਸੇ ਨੂੰ ਉੱਚਾ ਬੋਲਿਆ ਗਿਆ ਹੋਵੇ, ਕਿਸੇ ਦਾ ਕੁਛ ਗਿਆ ਹੋਵੇ, ਸਿੰਘੋ ਸਾਰੇ ਮੈਨੂੰ ਤੁਸੀਂ ਮਾਫ ਕਰਿਓ ਵੀ ਆਪਾਂ ਇੱਥੇ ਵੀ ਇਕੱਠੇ ਸੀ, ਆਪਾਂ ਸੱਚਖੰਡ ਵੀ ਇਕੱਠੇ ਰਹਿਣਾ, ਪਰ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ, ਕਿਸੇ ਦਾ ਅਪਸ਼ਬਦ ਬੋਲਿਆ ਹੋਇਆ। ਤੇ ਉਸ ਵੇਲੇ ਜਿਹੜਾ ਵਾਤਾਵਰਣ ਸੀ ਸਿੰਘਾਂ ਦਾ ਬੜਾ ਵੈਰਾਗਮਈ ਹੋ ਗਿਆ ਸੀ। ਸਾਰਿਆਂ ਸੁਭਾਵਿਕ ਸੀ ਹੋਣਾ ਵੀ ਇਦਾਂ ਦੀਆਂ ਗੱਲਾਂ ਕਿਉਂ ਅਕਸਰ ਇਕੱਠੇ ਰਹਿੰਦੇ ਆ, ਵੀ ਆਹ ਗੱਲਾਂ ਕਿਉਂ ਕਰਦੇ ਨੇ। ਇੱਕ ਬਹੁਤ ਵੱਡੀ ਗੱਲ ਹੁੰਦੀ ਆ ਜਦੋਂ ਬਾਬਾ ਜਰਨੈਲ ਸਿੰਘ ਨੇ ਇਹ ਗੱਲ ਕਹੀ ਹੋਗੀ ਮੇਰੇ ਤੋਂ ਜਿਹੜੀਆਂ ਗਲਤੀਆਂ ਹੋ ਗਈਆਂ ਮੈਨੂੰ ਉਹ ਮਾਫ ਕਰ ਦਿਓ, ਉਦੋਂ ਤੋਂ ਵੈਰਾਗ ਆਉਣਾ, ਅੱਖਾਂ ਦੇ ਵਿੱਚ ਅਥਰੂ ਆਉਣੇ ਸੁਭਾਵਿਕ ਸੀਗਾ। ਪਰ ਸਾਰੇ ਸਿੰਘਾਂ ਨੇ ਜਦੋਂ ਕਿਸੇ ਨੇ ਵੀ ਕਿਹਾ, ਤੇ ਭਾਈ ਅਮਰੀਕ ਸਿੰਘ ਨੂੰ ਕਿਹਾ, ਹੋਰ ਕਿਹਾ ਵੀ ਪੰਥ ਦੀ ਜ਼ਿੰਮੇਵਾਰੀ, ਪਰ ਸਾਰੇ ਸਿੰਘਾਂ ਨੇ ਕਿਹਾ ਵੀ ਪੰਥ ਤੇ ਤੁਹਾਡੇ ਤੇ ਜ਼ਿੰਮੇਵਾਰੀ ਆ ਜੇ ਤੁਸੀਂ ਪਰ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਹੁਕਮ ਹੈ ਮਹਾਰਾਜ ਦਾ, ਅਸੀਂ ਆਪਾਂ ਸਾਰਿਆਂ ਨੇ ਇੱਥੇ ਖਿੜੇ ਮੱਥੇ ਸ਼ਹੀਦੀ ਪ੍ਰਾਪਤ ਕਰਨੀ ਆ, ਤੇ ਹਿੰਦੁਸਤਾਨ ਦੀ ਜਿਹੜੀ ਆਰਮੀ ਆ ਉਹਨਾਂ ਨੂੰ ਲੋਹੇ ਦੇ ਚਣੇ ਵਿੱਚ ਪਾਉਣੇ ਆ। ਇਹ ਵੀ ਨੂੰ ਕਹੂਗਾ ਵੀ ਪਹਿਲਾਂ ਇਤਿਹਾਸ ਬਣੇ ਸੀ, ਆ ਵੀ ਜਿਹੜਾ ਇਤਿਹਾਸ ਇੱਕ ਨਵੇਂ ਸਿਰੇ ਬਣਾਗਾ ਵੀ ਗੁਰੂ ਕਾ ਖਾਲਸਾ ਹਮੇਸ਼ਾ ਹੀ ਉਹ 10ਵੇਂ ਪਾਤਸ਼ਾਹ ਜੀ ਉਸੇ ਤਰ੍ਹਾਂ ਉਹਦੇ ਵਿੱਚ ਸ਼ਕਤੀ ਆ, ਉਸੇ ਤਰ੍ਹਾਂ ਹੀ ਉਹ ਤਾਕਤ ਨਾਲ ਲੜਦਾ, ਔਰ ਉਹ ਫਿਰ ਉਸ ਵੇਲੇ ਸਿੰਘਾਂ ਨੇ ਆਪਣਾ ਕਰਕੇ ਵਿਖਾਇਆ। ਇੱਕ ਭਾਈ ਸਾਹਿਬ ਜੀ ਜਿਹੜਾ ਇਤਿਹਾਸ ਹੈਗਾ ਤੁਸੀਂ ਦੇਖੋ ਵੀ ਜਦੋਂ ਵੀ ਅਟੈਕ ਕੀਤਾ ਜਾਂਦਾ ਉਦੋਂ ਕੀਤਾ ਜਾਂਦਾ ਜਦੋਂ ਪੰਥਕ ਇਕੱਠ ਹੁੰਦਾ, ਚਾਹੇ ਉਹ ਵਿਸਾਖੀ ਨੂੰ ਹੋਵੇ, ਚਾਹੇ ਉਹ ਦੀਵਾਲੀ ਨੂੰ ਹੋਵੇ, ਜੋ ਮਨੀ ਸਿੰਘ ਜੀ ਹੈੱਡ ਗ੍ਰੰਥੀ ਨੇ ਉਹ ਆਪਾਂ ਸਾਰਾ ਹੈ ਨਾ ਦੇਖਦੇ ਹਾਂ ਸਾਖੀ। ਤੇ ਨਾਲ ਦੀ ਨਾਲ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਚੋਣ ਜਿਹੜੀ ਹੈ ਸਰਕਾਰ ਉਹ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੀ ਚੁਣੇਗੀ। ਚਲੋ ਇਹਦੇ ਬਾਰੇ ਵੀ ਸ਼ਹੀਦੀ ਗੁਰਪੁਰਬ ਵੀ ਸਾ, ਬਾਕੀ ਹਰ ਰੋਜ਼ ਹੀ ਉਸ ਵੇਲੇ ਜਿਹੜਾ ਇੱਥੇ ਸੀਗਾ। ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੰਤ ਬਾਬਾ ਜਰਨੈਲ ਸਿੰਘ ਜੀ ਦਾ ਇੱਕ ਐਸਾ ਸਮਾਂ ਆਇਆ ਸੀਗਾ ਇਤਿਹਾਸ ਦੇ ਵਿੱਚ ਤੁਸੀਂ ਕਦੀ ਨਹੀਂ ਦੇਖੋਗੇ ਜਿੱਥੇ ਹਰ ਰੋਜ਼ ਮੇਲਾ ਲੱਗਦਾ ਸੀ ਜੀ। ਸੰਤ ਜਰਨੈਲ ਸਿੰਘ ਬਾਬਾ ਜੀ ਦਾ ਲੰਗਰ ਹਾਲ ਦੇ ਵਿੱਚ ਇੰਨੀ ਸੰਗਤ ਰੋਜ਼ ਆਉਂਦੀ ਸੀ, ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦੀ ਸੀ ਰਾਤ ਨੂੰ 10 ਵਜੇ ਤੱਕ, ਔਰ ਸੰਗਤਾਂ ਜਦੋਂ ਇਕੱਠੀਆਂ ਹੁੰਦੀਆਂ ਸੀ ਇੱਕ ਇੱਕ ਦਿਨ ਦੇ ਵਿੱਚ 4-4 ਵਾਰ ਮਹਾਂਪੁਰਸ਼ਾਂ ਨੂੰ ਸੰਗਤ ਨੂੰ ਸੰਬੋਧਨ ਕਰਨਾ ਪੈਂਦਾ ਸੀਗਾ ਜੀ। ਲੇਕਿਨ ਇਹ ਵੀ ਇਤਿਹਾਸ ਪੜ੍ਹੋ ਤੇ ਇੰਨੀ ਸੰਗਤ ਤੇ ਇੱਕ ਮਹਾਂਪੁਰਸ਼ਾਂ ਦੇ ਆਕਰਸ਼ਕ ਹੋ ਕਰਕੇ ਜਾਣੀ ਇੰਨੀ ਸੰਗਤ ਦੂਰ ਦੁਰਾਡੇ ਤੋਂ ਆਉਂਦੀ ਹੋਵੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਹੀ, ਜਾਣੀ ਇੱਕ ਉਹਨਾਂ ਦੇ ਨਾਲ ਸੰਗਤ ਦੀ ਇੱਕ ਖਿੱਚ ਦਾ ਕੇਂਦਰ ਬਣ ਗਿਆ ਸੀਗਾ। ਔਰ ਉਹ ਆ ਰਹੀਆਂ ਸੀ ਸੰਗਤਾਂ ਵੀ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮੁਖ ਤੋਂ ਕੋਈ ਬਚਨ ਸੁਣਨਾ, ਔਰ ਉਹ ਜੋ ਬਚਨ ਜਿਹੜਾ ਸੀ ਉਹਨੂੰ ਕਮਾਉਣ ਦੇ ਰੂਪ ਦੇ ਵਿੱਚ ਸੰਗਤ ਤਿਆਰ ਕਰੀ ਸੀ। ਸੋ ਇਹ ਬਹੁਤ ਵੱਡਾ ਸਿੱਖ ਪੰਥ ਦਾ ਹਮਲਾ ਹੋਇਆ। ਪੁਰਾਣੇ ਹਮਲੇ ਆਪਾਂ ਇਤਿਹਾਸ ਦੇ ਵਿੱਚ ਪੜ੍ਹੇ ਸੀ,
ਪਰ ਇਹ ਕਹਿ ਲਈਏ ਵੀ ਹਿੰਦੁਸਤਾਨ ਦੀ ਗੌਰਮੈਂਟ ਨੇ ਇੱਕ ਆਪਣਾ ਫੈਸਲਾ ਕੀਤਾ ਹੋਇਆ ਸੀਗਾ ਵੀ ਇਹ ਸਿੱਖ ਕੌਮ ਨੂੰ ਅਸੀਂ ਇੱਕ ਵਾਰ ਇਹਨਾਂ ਦੀ ਨਸਲਕੁਸ਼ੀ ਦੇ ਰੂਪ ਦੇ ਵਿੱਚ ਇਹਨਾਂ ਨੂੰ ਇੱਕ ਵਾਰ ਅਸੀਂ ਤਹਿਸ਼-ਨਹਿਸ਼ ਕਰਨਾ। ਪਰ ਬਹੁਤ ਵੱਡੀਆਂ ਸ਼ਕਤੀਆਂ ਇਸ ਸਿੱਖ ਪੰਥ ਨੂੰ ਤਹਿਸ਼-ਨਹਿਸ਼ ਕਰਨ ਵਾਸਤੇ ਪ੍ਰੋਗਰਾਮ ਬਣਾਏ, ਅੱਜ ਤੱਕ ਕਿਸੇ ਦਾ ਕਾਮਯਾਬ ਨਹੀਂ ਹੋਏ ਔਰ ਅੱਗੋਂ ਵਾਸਤੇ ਵੀ ਇਹ ਸਿੱਖ ਪੰਥ ਜਿਹੜਾ ਹੈਗਾ ਆਪਣੇ ਆਪ 'ਚ ਚੜ੍ਹਦੀ ਕਲਾ ਦੇ ਵਿੱਚ ਜਾਵੇਗਾ। ਪਰ ਇਹ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਜੂਨ 1984 ਦਾ ਇੱਕ ਬਹੁਤ ਵੱਡਾ ਜਿਹੜਾ ਘੱਲੂਘਾਰ ਆ, ਮੈਂ ਸਮਝਦਾ ਜਿੱਥੇ ਮਹਾਂਪੁਰਸ਼ਾਂ ਦਾ ਪਵਿੱਤਰ ਖੂਨ, ਸਿੰਘਾਂ ਦਾ ਪਵਿੱਤਰ ਖੂਨ ਦੇਸ਼ ਕੌਮ ਦੇ ਉੱਤੇ ਲਿਖੇ ਲੱਗਿਆ, ਉਹਦੇ ਨਾਲ ਜਿਹੜੀ ਸਿੱਖ ਪੰਥ ਜਿਹੜੀ ਸੀ ਉਹ ਆਪਣੇ ਆਪ ਦੇ ਵਿੱਚ ਦੂਣੀ ਚੌਣੀ 10 ਗੁਣੀ ਸ਼ਕਤੀ ਉੱਭਰ ਕੇ ਸਾਹਮਣੇ ਆਈ। ਉਹਦਾ ਇਹੀ ਰਿਜ਼ਲਟ ਸੀ ਵੀ ਜਦੋਂ ਅਸੀਂ ਲੋਕ ਫਿਰ ਜਿਹੜੇ ਬਚੇ ਸਨ ਉਹ ਅਸੀਂ 40 ਤੋਂ 45 ਸਿੰਘ ਸੱਜੇ ਅਸੀਂ ਇਕੱਠੇ ਹੋਏ, ਦਿੱਲੀ ਦੇ ਵਿੱਚ ਇਕੱਠੇ ਹੋਏ, ਫਿਰ ਅਸੀਂ ਮੀਟਿੰਗਾਂ ਕੀਤੀਆਂ ਔਰ ਅਸੀਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਿਹੜੇ 3 ਬਚਨ ਦਾਸ ਨੂੰ ਕਹੇ ਸਨ 27 ਮਈ ਨੂੰ, ਇੱਕ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਸ਼ਹੀਦੀ ਪ੍ਰਾਪਤ ਕਰ ਜਾਣੀ ਹੈ, ਦੂਜੀ ਉਹਨਾਂ ਨੇ ਦਮਦਮੀ ਟਕਸਾਲ ਦੇ ਰੂਪ ਵਿੱਚ ਸਾਨੂੰ ਕਿਹਾ ਵੀ ਤੁਸੀਂ ਜਥੇਬੰਦੀ ਤੋਂ ਪਾਸੇ ਹੋ ਕੇ ਨਹੀਂ ਜਾਣਾ, ਜਥੇਬੰਦੀ ਦੇ ਵਿੱਚ ਰਹਿਣਾ। ਫਿਰ ਤੀਜਾ ਬਚਨ ਉਹਨਾਂ ਨੇ ਕਿਹਾ ਵੀ ਸਾਡੀ ਸ਼ਹੀਦੀ ਤੋਂ ਬਾਅਦ ਤੁਸੀਂ ਸਾਰੇ ਜਿਹੜੇ ਹੈਗਾ ਜੋ ਕੁਝ ਵੀ ਇਸ ਪੰਥ ਵਾਸਤੇ ਕਰ ਸਕਦੇ ਤੇ ਉਹਦਾ ਯਤਨ ਕਰਿਓ। ਉਹਨਾਂ ਦੇ ਬਚਨਾਂ ਦੇ ਤਹਿਤ ਹੀ ਅਸੀਂ ਫਿਰ ਸਾਰੇ ਸਿੰਘ ਇਕੱਠੇ ਹੋਏ, ਭਾਈ ਮਰਬੀਰ ਸਿੰਘ ਚਹੇੜੂ ਹੋਰ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਫਿਰ ਸਭ ਤੋਂ ਪਹਿਲਾਂ ਇਕੱਠੇ ਹੋ ਕਰਕੇ ਇੱਕ ਵੱਡਾ ਇਕੱਠ 85 ਨੂੰ 29 ਨਵੰਬਰ ਮਹਿਤੇ ਦੇ ਵਿੱਚ ਇਕੱਠ ਕੀਤਾ, ਜਿਹੜਾ ਆਪਣੇ ਦੇ ਵਿੱਚ ਇੱਕ ਵਿਸ਼ਾਲ ਇਕੱਠ ਸੀਗਾ, ਲੱਖਾਂ ਦਾ ਇਕੱਠ ਸੀਗਾ। ਉੱਥੋਂ ਅਸੀਂ ਫੈਸਲੇ ਕਰਕੇ ਫਿਰ 26 ਜਨਵਰੀ 1986 ਨੂੰ ਆਣ ਕੇ ਅਸੀਂ ਸਰਬੱਤ ਖਾਲਸਾ ਕੀਤਾ। ਸਰਬੱਤ ਖਾਲਸੇ ਕਰਕੇ ਇੱਥੇ ਵੱਡੇ ਫੈਸਲੇ ਲਏ। ਅਕਾਲ ਤਖਤ ਸਾਹਿਬ ਦਾ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਮਜਬੂਰ ਕੀਤਾ, ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਕੋਠਾ ਸਾਹਿਬ ਠੀਕ ਠਾਕ ਹੈ, ਪਰ ਉਹ ਜਿਹੜਾ ਕੋਠਾ ਸਾਹਿਬ ਠੀਕ ਠਾਕ ਵਾਲਾ ਜਿਹੜਾ ਸ਼ਬਦ ਸੀ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਅਸਤੀਫੇ ਦੇਣੇ ਪਏ ਔਰ ਇੱਥੋਂ ਵੱਡੇ ਫੈਸਲੇ ਹੋਏ ਔਰ ਜਿਹੜੀ ਕੌਮ ਸੀਗੀ ਉਹ ਅੱਗੇ ਦੇ ਨਾਲੋਂ ਵੀ ਉਹ ਵੱਡੀ ਤਾਕਤ ਦੇ ਰੂਪ ਦੇ ਵਿੱਚ ਉੱਭਰ ਕੇ ਆਈ। ਜਥੇਬੰਦੀਆਂ ਨੇ ਆਪਣੇ ਸੰਘਰਸ਼ ਲੜੇ, ਕਿੰਨੀ ਪ੍ਰਾਪਤੀ ਹੋਈ ਕਿੰਨੀ ਨਹੀਂ ਹੋਈ ਇੱਕ ਵੱਖਰਾ ਵਿਸ਼ਾ, ਪਰ ਕੌਮ ਨੇ ਆਪਣੇ ਸਿਰ ਤੋਂ ਜਿਹੜਾ ਸੀਗਾ ਭਾਰ ਸੀਗਾ ਜਿਹੜਾ ਚਾੜਿਆ ਹੋਇਆ, ਉਹ ਵੀ ਜਦੋਂ ਹੀ ਸਾਰਾ ਸੰਗਠਨ ਇਕੱਠੇ ਹੋਏ ਇੱਕ ਨਵੀਂ ਰੂਪ ਰੇਖਾ ਬਣੀ। ਉਹਦਾ ਹੀ ਇੱਕ ਰਿਜ਼ਲਟ ਸੀਗਾ ਵੀ ਦਿੱਲੀ ਦੇ ਵਿੱਚ ਜਾ ਕੇ ਇੰਦਰਾ ਗਾਂਧੀ ਨੂੰ ਮਾਰਿਆ ਗਿਆ, ਵੈਦਿਆ ਨੂੰ ਮਾਰਿਆ ਗਿਆ। ਇਹ ਸਾਰੇ ਉਹਦੇ ਸਾਰੇ ਰਿਜ਼ਲਟ ਸਨ ਔਰ ਕੌਮ ਨੂੰ ਭਾਵੇਂ ਬਹੁਤ ਸਾਰੇ ਲੋਕ ਕਹਿੰਦੇ ਆ ਕੌਮ ਨੂੰ ਪ੍ਰਾਪਤੀਆਂ ਨਹੀਂ ਹੁੰਦੀਆਂ, ਪਰ ਕੌਮ ਦੇ ਇੱਜ਼ਤ ਮਾਣ ਹੀ ਇਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ। ਰਾਜਨੀਤਿਕ ਆਗੂਆਂ ਦਾ ਕੀ ਰੋਲ ਰਿਹਾ? ਜੇ ਆਪਾਂ ਪੰਜਾਬ ਦੇ ਰਾਜਨੀਤਿਕ ਆਗੂਆਂ ਦੀ ਗੱਲ ਕਰੀਏ, ਜਿਹੜੇ ਬਾਬਾ ਜਰਨੈਲ ਸਿੰਘ ਜੀ ਕੋਲੇ ਅਕਸਰ ਆਉਂਦੇ ਜਾਂਦੇ ਸਨ, ਮੂੰਹ ਲਾਉਂਦੇ ਸੀ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ? ਰਾਜਨੀਤਿਕ ਦਾ ਸੰਤ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਰਾਜ ਤੇ ਨੀਤੀ ਇਹ ਲੋਕ ਸਮੇਂ ਦੇ ਮੁਤਾਬਕ ਚੱਲਦੇ ਆ। ਜਦੋਂ ਜਿੱਧਰ ਨੂੰ ਇਹਨਾਂ ਦਾ ਸੂਰਜ ਹੁੰਦਾ ਉਧਰ ਨੂੰ ਇਹ ਸਲਾਮਾਂ ਕਰਦੇ ਆ ਤੇ ਜਦੋਂ ਸੂਰਜ ਜਿੱਧਰ ਨੂੰ ਢਲ ਜਾਂਦਾ ਉਧਰ ਨੂੰ ਇਹ ਜਾਂਦੇ ਨਹੀਂ। ਰਾਜਨੀਤਿਕਾਂ ਦਾ ਤੇ ਇਹੀ ਹਾਲ ਹੁੰਦਾ। ਜਿਹੜੇ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਆਉਂਦੇ ਸੀ ਉਹ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਵੀ ਦੇਖੇ, ਪਰ ਜਦੋਂ ਅਸੀਂ 86 ਦੇ ਵਿੱਚ ਫਿਰ ਅਸੀਂ ਜਦੋਂ ਵੱਡੇ ਰੂਪ ਦੇ ਵਿੱਚ ਉੱਭਰ ਕੇ ਆਏ ਉਹੀ ਲੀਡਰ ਫਿਰ ਅਸੀਂ ਆਪਣੇ ਕੋਲ ਬੈਠੇ ਫਿਰ ਦੇਖੇ ਔਰ ਉਹ ਸੋਹਿਲੇ ਗਾਉਂਦੇ ਵੀ ਦੇਖੇ ਜਿਹੜੇ 85 ਦੇ ਵਿੱਚ ਖਿਲਾਫ ਬੋਲਦੇ ਸਨ। ਰਾਜਨੀਤਿਕ ਲੀਡਰ ਤੇ ਉਹ ਆਪਣੇ ਸਮੇਂ ਦੀ ਚੱਲਦੇ ਆ, ਪਰ ਜਿਹੜਾ ਗੁਰੂ ਕਾ ਖਾਲਸਾ, ਗੁਰੂ ਕਾ ਪੰਥ, ਗੁਰੂ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹ ਆਪਣਾ ਸੰਘਰਸ਼ ਹਮੇਸ਼ਾ ਹੀ ਕਰਦੀਆਂ ਰਹਿੰਦੀਆਂ ਨੇ, ਹੁਣ ਵੀ ਕਰਦੀਆਂ ਰਹਿੰਦੇ ਨੇ। ਆਸ ਕਰਦੇ ਹਾਂ ਵੀ ਇਹ ਜਿਹੜਾ ਸਾਡੇ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਘੱਲੂਘਾਰ ਆ ਇਹ ਬਹੁਤ ਵੱਡੀ ਪ੍ਰਾਪਤੀ ਆ ਸਿੱਖ ਪੰਥ ਦੀ ਵੀ ਜਦੋਂ 6 ਜੂਨ ਆਉਂਦਾ ਸਾਰੇ ਲੋਕ ਆਰ ਕਰਕੇ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਅਰਦਾਸ ਦੇ ਰੂਪ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਇਹ ਸਾਡਾ ਇੱਕ ਬਹੁਤ ਵੱਡਾ ਇਤਿਹਾਸ। ਜਿਵੇਂ ਸ਼ਹੀਦ ਹੋਣਾ ਪਹਿਲਾਂ ਹੀ ਜਿਹੜਾ ਸੀਗਾ, ਬਾਬਾ ਜਰਨੈਲ ਸਿੰਘ ਜੀ ਕਹਿ ਰਹੇ ਸੀ, ਤੁਹਾਨੂੰ ਵੀ 3 ਬਚਨਾਂ ਚੋਂ ਪਹਿਲੀ ਗੱਲ ਕਹੀ ਵੀ ਮੈਂ ਸ਼ਹੀਦ ਹੋ ਜਾਵਾਂਗਾ, ਤੇ ਸ਼ਹੀਦ ਵੀ ਹੋਏ ਨੇ। ਵੱਡੇ ਭਰਾਤਾਂ ਨੇ ਲਾਸ਼ ਵੀ ਪਹਿਚਾਣ ਲਈ, ਫੋਟੋਆਂ ਵੀ ਖਿੱਚੀਆਂ ਗਈਆਂ, ਬੱਚੇ ਦੀ ਜ਼ੁਬਾਨ ਤੇ ਪਤਾ ਸੀ ਵੀ ਸ਼ਹੀਦ ਹੋ ਗਏ, ਪਰ ਫਿਰ ਵੀ ਇੰਨਾ ਲੰਮਾ ਸਮਾਂ ਲਗਭਗ 20-21 ਸਾਲ ਕਿਉਂ ਕਿਹਾ ਗਿਆ ਵੀ ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਨੇ? ਇਹਦੇ ਵਿੱਚ ਵੀ ਚਲੋ ਅਸੀਂ ਲੋਕ ਤਾਂ ਸ਼ੁਰੂ ਦੇ ਵਿੱਚ ਹੀ ਅਸੀਂ ਇਸ ਧਾਰਨੀ ਸੇ ਵੀ ਮਹਾਂਪੁਰਸ਼ ਆਪਣੇ ਬਚਨਾਂ ਦੇ ਬਲੀ ਨੇ, ਉਹਨਾਂ ਦਾ ਸੰਸਾਰ ਭਰ ਦੇ ਵਿੱਚ ਅਗਰ ਉਹਨਾਂ ਨੂੰ ਇੱਜ਼ਤ ਮਾਣ ਨਾਲ ਦੇਖਿਆ ਤਾਂ ਸ਼ਹੀਦੀ ਕਰਕੇ ਦੇਖਿਆ ਗਿਆ। ਇਸ ਕਰਕੇ ਦੇਖਿਆ ਗਿਆ ਉਹ ਬਚਨ ਸੂਰਬੀਰ ਬਚਨ ਕੇ ਬਲੀ, ਜੋ ਉਹਨਾਂ ਨੇ ਕਿਹਾ ਉਹ ਉਹਨਾਂ ਨੇ ਕਰਕੇ ਵਿਖਾਇਆ। ਲੇਕਿਨ ਇਸ ਤਰ੍ਹਾਂ ਦੇ ਹਾਲਾਤ ਸਨ, ਮੈਂ ਇਹਦੇ ਵਾਸਤੇ ਕੋਈ ਬਹੁਤਾ ਵਿਸਥਾਰ 'ਚ ਨਹੀਂ ਕਹਿ ਸਕਦਾ ਵੀ ਕਿਉਂ ਹੋਇਆ ਕੀ ਨਹੀਂ ਹੋਇਆ। ਹੋ ਸਕਦਾ ਅੱਛਾ ਹੀ ਹੋਇਆ ਹੋਵੇ ਕਿਉਂਕਿ ਉਸ ਵੇਲੇ ਜ਼ਾਲਮ ਹਕੂਮਤਾਂ ਦੇ ਬਹੁਤ ਵੱਡੇ ਹੱਥ ਸਨ। ਹੋ ਸਕਦਾ ਸਾਡੀ ਜਥੇਬੰਦੀ ਦੇ ਵਿੱਚ ਕੋਈ ਹੋਰ ਵੀ ਨੁਕਸਾਨ ਹੋ ਸਕਦਾ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਅਸੀਂ ਖੁਸ਼ੀ ਮਹਿਸੂਸ ਇਹ ਕਰਦੇ ਹਾਂ ਵੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ
ਉਹਨਾਂ ਦੀ 2003 ਦੇ ਵਿੱਚ ਜਿਹੜੀ ਸੀ ਉਹਨਾਂ ਦੀ ਸ਼ਹੀਦੀ ਐਲਾਨੀ ਗਈ। ਔਰ ਉਸ ਤੋਂ ਬਾਅਦ ਹੁਣ ਵੀ ਜਦੋਂ 6 ਜੂਨ ਦਾ ਆਉਂਦਾ, ਉਹਨਾਂ ਸਾਰੇ ਮਹਾਨ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ। ਉਹਨਾਂ ਦੀ ਅਰਦਾਸ ਦੇ ਰੂਪ ਦੇ ਵਿੱਚ ਆਪਾਂ ਇਕੱਠੇ ਹੁੰਦੇ ਹਾਂ। ਬਹੁਤ ਵੱਡੀਆਂ ਵੱਡੀਆਂ ਸ਼ਹੀਦੀਆਂ ਹੋਈਆਂ, ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸ਼ਹੀਦੀ ਐਲਾਨੀ ਆ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਆਪਣੀ ਕਮਾਈ ਆ। ਔਰ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਾਂ ਬਾਹਰ ਜਿਹੜੀ ਉਹਨਾਂ ਦੀ ਯਾਦਗਾਰ ਸਥਾਪਿਤ ਹੋਣੀ ਆ, ਇਹ ਵੀ ਸਿੱਖ ਪੰਥੀ ਬਹੁਤ ਵੱਡੀ ਪ੍ਰਾਪਤੀ ਆ। ਜਿਵੇਂ ਬਾਅਦ ਦੇ ਵਿੱਚ ਬਦਨਾਮ ਕਰਨ ਦੇ ਲਈ ਨਸ਼ੀਲੇ ਜਿਹੜੇ ਟੀਕੇ ਸੀਗੇ ਉਹ ਸੁੱਟੇ ਗਏ, ਦਵਾਈਆਂ ਸੁੱਟੀਆਂ ਗਈਆਂ, ਗੋਲੀਆਂ ਕੈਪਸੂਲ ਸੁੱਟੇ ਗਏ, ਇੱਥੇ ਤੱਕ ਕਿ ਕੰਡਮ ਤੱਕ ਵੀ ਸੁੱਟੇ ਗਏ ਬਦਨਾਮ ਕਰਨ ਦੇ ਲਈ। ਲੱਗਦਾ ਤੁਹਾਨੂੰ ਵੀ ਸਰਕਾਰਾਂ ਜਿਹੜੀਆਂ ਇਸ ਤਰ੍ਹਾਂ ਵੀ ਬਦਨਾਮ ਕਰਦੀਆਂ ਸੀ, ਕਰੈਕਟਰਲੈਸ ਦਿਖਾਉਣੀਆਂ ਚਾਹੁੰਦੀਆਂ ਸੀਗੀਆਂ ਸਿੰਘਾਂ ਨੂੰ? ਸਰਕਾਰਾਂ ਦੇ ਇਸ ਤਰ੍ਹਾਂ ਦੇ ਬਹੁਤ ਵੱਡੇ ਮਨਸੂਬੇ ਹੁੰਦੇ ਆ, ਪਰ ਸਰਕਾਰਾਂ ਦੇ ਇਹੋ ਜਿਹੇ ਹੱਥ ਕੱਢੇ ਕਦੀ ਕਾਮਯਾਬ ਨਹੀਂ ਹੁੰਦੇ। ਇੱਕ ਗੱਲ ਮੈਨੂੰ ਯਾਦ ਆ, ਮੈਂ ਦੱਸਣਾ ਚਾਹੁੰਦਾ। ਅਸੀਂ ਮਹਿਤੇ ਸੀਗੇ 6 ਜੂਨ ਦਾ ਜਦੋਂ ਟਾਈਮ ਆਉਂਦਾ, ਤੇ 6 ਜੂਨ ਸ਼ਾਮ ਨੂੰ ਰੇਡੀਓ ਦੇ ਉੱਤੇ ਇੱਕ ਖਬਰ ਆਉਂਦੀ ਆ ਵੀ ਜਰਨੈਲ ਸਿੰਘ ਜੀ ਦਾ ਸ਼ਬ ਜੋ ਹੈ ਬਰਾਮਦ ਹੋ ਗਿਆ, ਔਰ ਉਹ ਆ ਜਾਂਦਾ। ਲੇਕਿਨ 7 ਤਰੀਕ ਨੂੰ ਫਿਰ ਉਹੀ ਖਬਰ ਫਿਰ ਬਦਲ ਦਿੱਤੀ ਜਾਂਦੀ ਆ ਵੀ ਉਹਨਾਂ ਦਾ ਲਈ ਉਹ ਮਿਲਿਆ ਨਹੀਂ, ਲਾਪਤਾ ਵਾ ਜਾਂ ਇਸ ਤਰ੍ਹਾਂ। ਉਹ ਉਹਨਾਂ ਨੇ ਗੌਰਮੈਂਟਾਂ ਦੀਆਂ ਜਿਹੜੀਆਂ ਵੱਡੀਆਂ ਤਾਕਤਾਂ ਸਨ, ਉਹਨਾਂ ਦੀ ਸ਼ਹੀਦੀ ਨੂੰ ਕਰਕੇ ਜਾਂ ਇਸ ਚੀਜ਼ ਨੂੰ ਵੀ ਕੌਮ ਜਿਹੜੀ ਹੈਗੀ ਆ ਹੋਰ ਜ਼ਿਆਦਾ ਨਾ ਭੜਕ ਉੱਠੇ, ਉਹ ਸਾਰੀਆਂ ਚੀਜ਼ਾਂ ਨੂੰ ਗੌਰਮੈਂਟ ਦੀਆਂ ਵੱਡੀਆਂ ਹੁੰਦੀਆਂ। ਪਰ ਜਿਹੜੀ ਸਿੱਖ ਪੰਥ ਸੀਗਾ, ਉਹ ਆਪਣੇ ਸ਼ਹੀਦਾਂ ਤੇ ਮਾਣ ਕਰਦੀ ਹੈ। ਬਾਬਾ ਜਰਨੈਲ ਸਿੰਘ ਨੂੰ ਉਸ ਵੇਲੇ ਇੱਕ ਤਰਫਾ ਮੀਡੀਆ ਦਿਖਾ ਰਿਹਾ ਸੀ ਵੀ ਇਹ ਭੜਕਾਊ ਬਿਆਨ ਦਿੰਦਾ ਹੈ, ਜਦ ਕਿ ਉਹ ਬਾਬਾ ਜਰਨੈਲ ਸਿੰਘ ਜੀ ਪਹਿਲਾਂ ਦਿੱਤੇ ਗਏ ਬਿਆਨਾਂ ਦੇ ਜਵਾਬ ਦੇ ਵਿੱਚ ਆਪਣੀ ਗੱਲ ਆਖਦੇ ਸੀ। ਉਹ ਜਿਹੜੇ ਬਿਆਨ ਪਹਿਲਾਂ ਦਿੱਤੇ ਜਾਂਦੇ ਸੀ ਬਾਬਾ ਜਰਨੈਲ ਸਿੰਘ ਜੀ ਦੇ ਵਿਰੁੱਧ ਦੇ ਵਿੱਚ, ਜਿਵੇਂ ਗੱਲ ਆਉਂਦੀ ਸੀ ਵੀ ਹਾਂ ਤੁਸੀਂ 35 ਨੂੰ ਇੱਕ ਆਉਂਦੇ ਹੋ, ਹੈ ਨਾ, ਤਾਂ ਬਾਬਾ ਜਰਨੈਲ ਸਿੰਘ ਜੀ ਨੇ ਜਵਾਬ ਦਿੱਤਾ ਸੀ ਵੀ ਅਸੀਂ ਇਕੱਲੇ ਨੂੰ ਤੁਸੀਂ 35 ਆਉਂਦੇ ਹੋ। ਪਰ ਪ੍ਰਚਾਰਿਆ ਮੀਡੀਆ ਦੇ ਵੱਲੋਂ ਇਹ ਜ਼ਿਆਦਾ ਨਹੀਂ ਜਾ ਰਿਹਾ ਸੀਗਾ ਵੀ ਹਾਂ ਇਹ ਹਿੰਦੂ ਵਿਰੋਧੀ ਹੈ। ਖਾਸ ਕਰ ਉਸ ਵੇਲੇ ਜਿਹੜਾ ਮੀਡੀਆ ਸੀ ਉਹ ਸਰਕਾਰਾਂ ਦੇ ਨਾਲ ਹੀ ਹੁੰਦਾ। ਅੱਜ ਕੱਲ੍ਹ ਦਾ ਮੀਡੀਆ ਨਹੀਂ ਸੀ ਹੈਗਾ, ਪ੍ਰਿੰਟ ਮੀਡੀਆ ਸੀ ਜ਼ਿਆਦਾਤਰ। ਪਰ ਫਿਰ ਵੀ ਜਿਹੜੇ ਫੋਰਨ ਦੇ ਮੀਡੀਆ ਸੀ, BBC ਹੋਇਆ ਹੋਰ, ਉਹ ਕਿਤੇ ਨਾ ਕਿਤੇ ਉਹਨਾਂ ਦਾ ਅੱਛਾ ਜਿਹੜਾ ਰੋਲ ਸੀਗਾ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਬਾਹਰੋਂ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਵੀ ਬਹੁਤ ਕਰਮ ਸੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੰਤ ਬਾਬਾ ਜਰਨੈਲ ਸਿੰਘ ਇੱਕ ਪੂਰਨ ਮਹਾਂਪੁਰਸ਼ ਹਨ। ਉਹ ਇਕੱਲੇ ਸੂਰਮੇ ਨਹੀਂ ਸਨ, ਉਹ ਬਹੁਤ ਵੱਡਾ ਉਹ ਇੱਕ ਪੂਰਨ ਮਹਾਂਪੁਰਸ਼ ਹਨ। ਉਹਨਾਂ ਦੇ ਅੰਦਰ ਜਿੰਨੀ ਸੀਗੀ ਅੰਦਰ ਇੱਕ ਸ਼ਾਂਤੀ ਜਾਂ ਅੰਦਰ ਉਹਨਾਂ ਦਾ ਇੱਕ ਬਹੁਤ ਵੱਡਾ ਠਰਮਾ ਸੀਗਾ, ਉਹ ਇੱਕ ਆਪਣੀ ਮਿਸਾਲ ਸੀਗਾ। ਜਿਸ ਤਰ੍ਹਾਂ ਬਾਹਰੋਂ ਸਾਡੇ ਅੰਦਰੋਂ ਵੀ ਬਾਹਰੋਂ ਵੀ ਜਿਸ ਤਰ੍ਹਾਂ ਦੇ ਹਮਲੇ ਹੁੰਦੇ ਸੀ, ਪਰ ਉਹ ਉਹਨਾਂ ਦੇ ਵਿੱਚ ਜਰਨ ਸ਼ਕਤੀ, ਇੱਕ ਸਮੁੰਦਰ ਵਰਗੀ ਜਰਨ ਸ਼ਕਤੀ ਸੀ। ਮਹਿਤਾ ਚੌਂਕ ਵਿਖੇ ਵੀ ਸਿੰਘਾਂ ਨੂੰ ਤੰਗ ਕੀਤਾ ਗਿਆ ਪੁਲਿਸ ਦੇ ਵੱਲੋਂ, ਉਸ ਤੋਂ ਬਾਅਦ ਕੀਤਾ ਗਿਆ, ਲੇਕਿਨ ਉਹ ਜਿਹੜਾ ਸਮਾਂ ਸੀ ਸਾਡਾ ਉਹ ਸਹੀ ਸਲਾਮਤ ਲੰਘ ਗਿਆ। ਫਿਰ ਤੁਸੀਂ ਕਿੰਨੀ ਤਰੀਕ ਨੂੰ ਆਏ ਅਕਾਲ ਤਖਤ ਸਾਹਿਬ ਤੇ 6 ਜੂਨ ਤੋਂ ਬਾਅਦ ਦੇ ਵਿੱਚ? ਨਹੀਂ, ਅਸੀਂ ਤੇ ਆਏ ਆ ਫਿਰ ਕਰੀਬਨ ਨਵੰਬਰ ਦੇ ਵਿੱਚ ਜਾ ਕੇ, ਲੇਕਿਨ ਉਦੋਂ ਅਸੀਂ ਪਹਿਲਾਂ ਫਿਰ ਮਹਿਤੇ ਦਾ ਸਾਰਾ ਸੰਭਾਲਿਆ। ਫਿਰ ਅਸੀਂ ਆਪਣਾ ਅੰਮ੍ਰਿਤਸਰ ਨਹੀਂ ਆਏ, ਲੇਕਿਨ ਅਸੀਂ ਬਾਹਰੋਂ ਸਾਰਿਆਂ ਨੂੰ ਆਪਣਾ ਸੰਗਠਨ ਮਜ਼ਬੂਤ ਕੀਤਾ, ਆਪਣੇ ਇਕੱਠੇ ਹੋਏ, ਦਿੱਲੀ ਦੇ ਵਿੱਚ ਰਹੇ, ਹੋਰ ਰਹੇ। ਲੇਕਿਨ ਅਸੀਂ ਅੰਮ੍ਰਿਤਸਰ ਸਾਹਿਬ ਤੇ ਅਸੀਂ ਫਿਰ ਕਰੀਬਨ ਆਮ ਸ਼ਾਂਤੀ ਹੋ ਗਈ। ਕਰੀਬ ਨਵੰਬਰ ਤੋਂ ਬਾਅਦ ਫਿਰ ਅਸੀਂ ਆਏ ਆ। ਫਿਰ ਅਸੀਂ 85 ਫਿਰ 86 'ਚ ਸਰਬੱਤ ਖਾਲਸੇ ਕੀਤੇ। ਫਿਰ ਅਕਾਲ ਤਖਤ ਸਾਹਿਬ ਦਾ ਪੁਨਰ ਨਿਰਮਾਣ ਹੋਇਆ, ਇਹ ਵੀ ਸਾਰੀ ਸੇਵਾ ਲਈ, ਪੰਥ ਦੇ ਵੱਡੇ ਫੈਸਲੇ ਹੋਏ। ਫਿਰ ਅਸੀਂ ਜਿਹੜਾ ਅਸੀਂ 86 87 88 ਇੱਥੇ ਫਿਰ ਜਿਹੜਾ ਸਾਰੀ ਮੂਵਮੈਂਟ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਨੂੰ ਚਲਾਉਣ ਦਾ ਯਤਨ ਕੀਤਾ। ਜਿਹੜਾ 86 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਿਹੜੇ ਫੈਸਲੇ ਕੀਤੇ ਗਏ ਸਨ, ਉਹਨਾਂ ਦੇ ਉੱਪਰ ਕੌਮ ਨੇ ਫੁੱਲ ਕਿਉਂ ਨਹੀਂ ਚੜਾਏ ਹੈਗੇ? ਨਾਨਕ ਮਤੇ, ਅਨੰਦਪੁਰ ਸਾਹਿਬ ਦੇ ਮਤੇ ਦੀ ਜਦੋਂ ਗੱਲ ਹੁੰਦੀ ਹੈ, ਨਹੀਂ, ਕੌਮ ਤੋਂ ਕਦੀ ਵੀ ਸਾਨੂੰ ਨਿਰਾਸ਼ਾ ਨਹੀਂ ਹੋਈ, ਅੱਜ ਤੱਕ ਨਹੀਂ ਹੋਈ। ਕੌਮ ਆਪਣਾ ਫਰਜ਼ ਬਾਖੂਬੀ ਦੇ ਨਾਲ ਅਦਾ ਕਰਦੀ ਆ। ਔਰ ਉਸ ਵੇਲੇ ਜਦੋਂ ਅਸੀਂ 86 ਦੇ ਸਰਬੱਤ ਖਾਲਸੇ ਕੀਤੇ, ਉਸ ਵੇਲੇ ਕੌਮ ਬਹੁਤ ਵੱਡੀ ਪੱਧਰ 'ਤੇ ਸੀ। ਇਹ ਜਿਹੜਾ ਦ੍ਰਿਸ਼ ਦੇਖਣ ਵਾਲਾ ਸੀਗਾ ਜਦੋਂ 26 ਜਨਵਰੀ ਨੂੰ ਅਸੀਂ ਸਰਬੱਤ ਖਾਲਸਾ ਕੀਤਾ। ਇੱਕ ਵਾਰ ਫਿਰ ਦਿਸ ਰਿਹਾ ਸੀ ਵੀ ਖਾਲਸਾ ਪੰਥ ਉਸੇ ਤਰ੍ਹਾਂ ਆਪਣੀਆਂ ਕੇਸਰੀਆਂ ਦਸਤਾਰਾਂ ਦੇ ਨਾਲ ਉਹ ਸਾਰੀਆਂ ਉੱਪਰ ਥੱਲੇ ਸਭ ਬਿਲਡਿੰਗਾਂ ਭਰੀਆਂ ਹੋਈਆਂ ਸਨ। ਪਰ ਸਮੇਂ ਦੇ ਜਿਹੜੇ ਗੌਰਮੈਂਟਾਂ ਦੇ ਨਾਲ ਵੱਡੇ ਹੱਥ ਹੁੰਦੇ ਆ, ਜਿਹੜੀ ਇੱਥੋਂ ਦੀ ਪ੍ਰਾਪਰ ਜਿਹੜੀ ਰਾਜਨੀਤੀ ਸੀ, ਉਹ ਇਸ ਚੀਜ਼ ਨੂੰ ਨਹੀਂ ਸੀ ਚਾਹੁੰਦੀ ਵੀ ਇਹ ਫਿਰ ਦੁਬਾਰਾ ਉੱਭਰ ਸਕਣ। ਇਹ ਸਾਰੇ ਇਹੋ ਜਿਹੇ ਕਾਰਨ ਸੀ, ਪਰ ਕੌਮ ਵੱਲੋਂ ਕਦੀ ਕੋਈ ਇਸ ਤਰ੍ਹਾਂ ਦੀ ਨਹੀਂ ਵੀ ਕੌਮ ਨੇ ਸਾਥ ਨਹੀਂ ਦਿੱਤਾ। ਮਾਲਵੇ ਦੇ ਜਿਹੜੇ ਬਹੁਤ ਸਾਰੇ ਬਜ਼ੁਰਗ ਆਉਣਾ ਚਾਹੁੰਦੇ ਸਨ, ਕਿਸੇ ਨੂੰ ਹਰੀ ਕੇ ਪੱਤਣ ਤੇ ਰੋਕ ਲਿਆ ਗਿਆ, ਕਿਸੇ ਨੂੰ ਬਿਆਸ ਤੇ ਰੋਕ ਲਿਆ ਗਿਆ, ਉੱਥੋਂ ਵਾਪਸ ਭੇਜ ਦਿੱਤੇ ਗਏ। ਜੇ ਆਪਾਂ ਮਾਝੇ ਦੇ ਇਲਾਕੇ ਦੀ ਗੱਲ ਕਰੀਏ, ਇਧਰੋਂ ਕਿੰਨੇ ਕੁ ਜਿਹੜੇ ਸੀਗੇ ਬਜ਼ੁਰਗ, ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ, ਕਿਉਂਕਿ ਉਸ ਵੇਲੇ ਬਜ਼ੁਰਗਾਂ ਦਾ ਬੋਲਬਾਲਾ ਸੀ, ਬਜ਼ੁਰਗ ਇੱਕਦਮ ਜਿਹੜੇ ਸੀਗੇ ਆਪਣੇ ਘਰੇ ਪੁਰਾਣੀਆਂ ਪਈਆਂ ਹੋਈਆਂ ਕਿਰਪਾਨਾਂ ਨੂੰ ਮਾਂਜ ਕੇ ਤੁਰੇ ਸਨ। ਬਜ਼ੁਰਗ ਵੀ ਸਨ, ਨੌਜਵਾਨ ਜੀ ਸਨ। ਮੈਂ ਕਹਿੰਦਾ ਜੀ ਕੋਈ ਪਿੰਡ ਨਹੀਂ ਸੀ ਬਚਿਆ
ਜਿਹੜੇ ਪਿੰਡਾਂ ਦੇ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਆ ਗਏ, ਭਾਵੇਂ ਉਹ ਮਾਝਾ ਸੀ ਭਾਵੇਂ ਉਹ ਮਾਲਵਾ ਸੀ। ਪਰ ਹਰਿਮੰਦਰ ਸਾਹਿਬ ਇੱਕ ਐਸਾ ਸਥਾਨ ਆ ਜਿੱਥੇ ਹਰ ਸਿੱਖ, ਔਰ ਮੈਂ ਕਹਿੰਦਾ ਬਹੁਤ ਸਾਰੇ ਗੈਰ ਸਿੱਖ ਵੀ ਸਨ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਵਾਸਤੇ ਉਹਨਾਂ ਨੇ ਆਪਣੇ ਪ੍ਰਾਣਾਂ ਨੂੰ ਵਾਰਨ ਵਾਸਤੇ ਯਤਨ ਕੀਤਾ। ਪਰ ਜਿਹੜੀ ਕੌਮ ਸੀ ਉਹਦੀ ਵਿੱਚ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਕੋਈ ਕਸਰ ਨਹੀਂ ਦਿਸੀ, ਔਰ ਕੌਮ ਹਮੇਸ਼ਾ ਹੀ ਆਪਣੇ ਅਕੀਦੇ ਦੇ ਨਾਲ ਲੜਦੀ ਆ। ਬਹੁਤ ਵੱਡਾ ਕੌਮ ਦਾ ਸਾਥ ਮਿਲਿਆ ਸੀਗਾ, ਉਦੋਂ ਵੀ ਮਿਲਿਆ ਸੀ। ਪਰ ਰਾਜਨੀਤੀ ਹਾਲਾਤ ਇਹੋ ਜਿਹੀ, ਅਸੀਂ ਆਪਣੇ ਜੋ ਫੈਸਲੇ ਸਨ, ਅਕੀਦੇ ਸਨ ਜੋ ਸਾਡੇ, ਅਸੀਂ ਉਤਾਂ ਦੇ ਸਾਨੂੰ ਉਹ ਅਸੀਂ ਰਾਜਨੀਤਿਕ ਤੌਰ 'ਤੇ ਕਾਮਯਾਬ ਨਹੀਂ ਹੋ ਸਕੇ। ਉਹ ਸਾਡਾ ਅੱਗੋਂ ਜਾ ਕੇ ਇੱਕ ਸ਼ਕਤੀ ਨਹੀਂ ਸੀ। ਵੱਡੀ ਗੱਲ ਸੀ ਵੀ ਅਗਰ ਇੱਕ ਕੇਂਦਰ ਬਿੰਦੂ ਹੁੰਦਾ, ਸ਼ਕਤੀ ਹੁੰਦੀ, ਤੇ ਕੌਮ ਪ੍ਰਾਪਤੀ ਕਰ ਸਕਦੀ ਸੀਗੀ। ਲੇਕਿਨ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਸਿੱਖ ਕੌਮ ਆਪਣੀ ਸ਼ਕਤੀ ਦੇ ਰੂਪ ਦੇ ਵਿੱਚ ਅਗਲੇ ਨਾਲੋਂ ਕਈ ਗੁਣਾ ਹੋਤੇ ਉੱਭਰ ਕੇ ਆਈ ਸੀ। ਇਹ ਹੀ ਵੱਡੀ ਪ੍ਰਾਪਤੀ। ਹੋਰ ਬਾਬਾ ਜਰਨੈਲ ਸਿੰਘ ਜੀ ਬਾਰੇ ਕੁਝ ਕਹਿਣਾ ਚਾਹੁੰਦੇ ਹੋਵੋ? ਤੁਸੀਂ ਹਫ਼ਤੇ ਬਾਅਦ ਜਾ ਕੇ ਮਿਲਦੇ ਰਹੇ ਹੋ, ਕੋਈ ਅਭੁੱਲ ਯਾਦ ਹੋਵੇ ਜਿਹੜੀ ਤੁਸੀਂ ਕਦੇ ਭੁੱਲ ਨਾ ਸਕੋ, ਜਿਹਦੇ ਨਾਲ ਆਪਾਂ ਇੰਜ ਕਹਿ ਸਕਦੇ ਹਾਂ ਬਾਬਾ ਜਰਨੈਲ ਸਿੰਘ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹੋਣ, ਜਾਂ ਕੋਈ ਇਦਾਂ ਦੀ ਯਾਦ ਹੋਵੇ ਜਿਹਦੇ ਵਿੱਚ ਤੁਸੀਂ ਵੈਰਾਗ ਦੇ ਨਾਲ ਖੁਸ਼ੀ ਦੇ ਵਿੱਚ ਵੀ ਆ ਜਾਂਦੇ ਹੋ? ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਦੋਂ ਦੀ ਉਹਨਾਂ ਨੇ ਸੇਵਾ ਸੰਭਾਲੀ ਸੀਗੀ 1977 ਤੋਂ ਲੈ ਕੇ, ਅਸੀਂ ਉਦੋਂ ਤੋਂ ਲੈ ਕੇ ਹੀ ਉਹਨਾਂ ਦੇ ਨਾਲ ਰਹੇ ਹਾਂ। ਉਹਨਾਂ ਦੀ ਗੜਵਈ ਦੇ ਰੂਪ ਦੇ ਵਿੱਚ ਵੀ ਅਸੀਂ ਸੇਵਾ ਦੇ ਵਿੱਚ ਵੀ ਰਹੇ ਹਾਂ। ਔਰ ਉਹਨਾਂ ਦਾ ਜਿਹੜਾ ਜੀਵਨ ਸੀਗਾ, ਜਦੋਂ ਤੋਂ ਅਸੀਂ ਉਹਨਾਂ ਨੂੰ ਦੇਖਿਆ ਉਦੋਂ ਤੋਂ ਲੈ ਕੇ ਹੀ ਇੱਕ ਗੱਲ ਸੀ, ਮੈਂ ਦੇਖ ਰਿਹਾ ਜਦੋਂ ਖੁਸ਼ੀ ਦੇ ਪਲ 'ਚ ਆਉਂਦੇ ਸੀ ਤੇ ਇੱਕੋ ਹੀ ਗੱਲ ਕਰਦੇ ਹੁੰਦੇ ਸੀਗੇ ਭਈ ਭਾਈ ਮਨੀ ਸਿੰਘ ਦਾ ਜਿਹੜਾ ਸੀ ਉਹ ਬੰਦ ਕੱਟਿਆ ਗਿਆ, ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਦੇ ਨਾਲੋਂ ਵੱਖਰਾ ਹੋ ਕੇ ਆਨੰਦ 'ਚ ਹੀ, ਸਿੰਘੋ ਅਰਦਾਸ ਕਰੋ। ਮੈਂ ਭਾਈ ਮਨੀ ਸਿੰਘ ਤਾਂ ਨਹੀਂ, ਪਰ ਮਹਾਰਾਜ ਇਹੋ ਜਿਹਾ ਸਮਾਂ ਬਣਾਵੇ ਤੇ ਇਸ ਤਰ੍ਹਾਂ ਖੁਸ਼ੀ ਦੇ ਨਾਲ ਸ਼ਹੀਦੀ ਦਈਏ। ਇਹ ਉਹਨਾਂ ਦੇ ਅੰਦਰੋਂ ਖੇੜਾ ਹੁੰਦਾ ਸੀ। ਜਦੋਂ ਕਿਤੇ ਖੁਸ਼ੀਆਂ ਦੇ ਪਲ 'ਚ ਹੁੰਦੇ ਸੀ ਉਦੋਂ ਫਿਰ ਸ਼ਹੀਦੀ ਯਾਦ ਕਰਦੇ ਸੀ। ਇਹ ਜਿਹੜੀ ਸੀ ਸਾਨੂੰ ਕਦੀ ਜਿੱਥੇ ਵੀ ਨਗਰਾਂ ਪਿੰਡਾਂ ਜਿੱਥੇ ਵੀ ਹੁੰਦੇ ਸੀ ਹਮੇਸ਼ਾ ਹੀ ਉਹ ਸ਼ਹੀਦੀ ਨੂੰ ਯਾਦ ਕਰਦੇ ਸੀ। ਤੇ ਜਿਹੜਾ ਗੁਰੂ ਡੰਮ ਸੀਗਾ ਉਹਦੇ ਵਾਸਤੇ ਤੇ ਉਹਨਾਂ ਦੇ ਮਨ 'ਚ ਸੀਗਾ ਵੀ ਇਸ ਧਰਤੀ ਦੇ ਉੱਤੇ ਗੁਰੂ ਡੰਮ ਨੂੰ ਅਸੀਂ ਰਹਿਣ ਨਹੀਂ ਦੇਣਾ, ਤੇ ਇੱਕ ਵਾਰ ਕੌਮ ਨੂੰ ਦੱਸਣਾ। ਜਿਹੜੇ ਪਿਛਲੇ ਇਤਿਹਾਸਕ ਸੀਗੇ, ਜਦੋਂ ਉਹ ਕੋਈ ਕਥਾ ਸੁਣਾਉਂਦੇ ਹੁੰਦੇ ਸੀ, ਜਾਂ ਫਤਿਹਗੜ੍ਹ ਸਾਹਿਬ ਦਾ ਸੁਣਾਉਣਾ ਜਾਂ ਚਮਕੌਰ ਸਾਹਿਬ ਦਾ ਸੁਣਾਉਣਾ, ਜਾਂ ਉਸ ਵੇਲੇ ਕਹਿਣਾ ਵੀ ਨਹੀਂ ਸਿੱਖ ਪੰਥ ਨੇ ਫੇਰ ਹਾਲੀ ਦੋ ਹੱਥ ਉਸੇ ਤਰ੍ਹਾਂ ਹੀ ਕਰਨਾ। ਉਸੇ ਤਰ੍ਹਾਂ ਹੀ ਇਹ ਗੱਲ, ਇੱਕ ਘਟਨਾ ਛੋਟੀ ਜੀ ਮੈਂ ਦੱਸਦੇ ਹਾਂ ਵੀ ਜਿਸ ਵੇਲੇ ਨਿਰੰਕਾਰੀ ਦਾ 78 ਦਾ ਕਾਂਡ ਹੋ ਜਾਂਦਾ, 4 ਸਫੇਰੇ ਸਮਾਗਮ ਹੁੰਦੇ ਆ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਅਨਾਉਂਸ ਕਰਦੇ ਹੁੰਦੇ ਸੀ ਵੀ ਸਿੱਖ ਪੰਥ ਨੇ ਕਦੀ ਆਪਣੇ ਤੇ ਕਰਜ਼ਾ ਨਹੀਂ ਛੱਡਿਆ। ਇਹ ਜਦੋਂ ਵੀ ਆਉਂਦਾ ਆਪਣਾ ਕਰਜ਼ਾ ਲਾ ਕੇ ਛੱਡਦਾ। ਤੇ ਲੁਧਿਆਣੇ ਦੇ ਵਿੱਚ ਪ੍ਰੋਗਰਾਮ ਸੀਗਾ ਤੇ ਬੀਬੀ ਹਰਸ਼ਰਨ ਕੌਰ ਹੁੰਦੀ ਸੀ, ਤੇ ਉਹਨਾਂ ਨੇ ਕਹਿਣਾ ਵੀ ਸੰਤ ਜੀ ਤੁਸੀਂ ਕਹੀ ਜਾਂਦੇ ਹੋ, ਸੁੱਖਾ ਸਿੰਘ ਮਤਾਬ ਸਿੰਘ ਆ ਜਾਣਾ, ਉਹਨਾਂ ਨੇ ਬਦਲਾ ਲੈਣਾ ਵੀ ਸਾਨੂੰ ਕਿਤੇ ਦਿਖਦੇ ਨਹੀਂ। ਤੇ ਉਦੋਂ ਸੰਤਾਂ ਨੇ ਕਿਹਾ ਬੀਬੀ ਇਹ ਕਲਗੀਧਰ ਪਿਤਾ ਜੀ ਪਤਾ ਨਹੀਂ ਵੀ ਕਿਹਨੂੰ ਸੁੱਖਾ ਸਿੰਘ ਮਤਾਬ ਸਿੰਘ ਬਣਾ ਦੇਣਾ, ਤੇ ਇਹ ਪਤਾ ਨਹੀਂ ਵੀ ਹੁਣ ਦਿਨਾਂ ਦੀ ਗੱਲ ਆ। ਤੇ ਉਦੋਂ ਠੀਕ ਹਫ਼ਤੇ ਪਿੱਛੋਂ ਉਹਦੇ ਗੁਰਬਚਨੇ ਦਾ ਉਹਨੂੰ ਮਾਰ ਦਿੱਤਾ ਗਿਆ। ਤੇ ਫਿਰ ਸੰਤਾਂ ਨੇ ਕਿਹਾ ਦੇਖੋ ਸੁੱਖਾ ਸਿੰਘ ਮਤਾਬ ਸਿੰਘ ਫਿਰ ਪੈਦਾ ਹੋ ਗਏ। ਇਹ ਉਹਨਾਂ ਨੂੰ ਸੀਗਾ ਵੀ ਜਿਸ ਤਰ੍ਹਾਂ 1.25 ਲੱਖ ਦੇ ਨਾਲ ਗੁਰੂ ਖਾਲਸਾ ਲੜਿਆ, ਇੱਕ ਵਾਰ ਫਿਰ ਹਿੰਦੁਸਤਾਨ ਦੇ ਨਾਲ 1.25 ਲੱਖ ਰੂਪ ਦੇ ਵਿੱਚ ਅਸੀਂ ਲੜ ਕੇ ਦਿਖਾਉਣਾ। ਇਹ ਉਹਨਾਂ ਦੇ ਚਾਅ ਸੀ, ਸਦਰਾਂ ਸਨ। ਇਤਿਹਾਸ ਉਹਨਾਂ ਨੇ ਸਿਰਜ ਦਿੱਤਾ, ਗੁਰੂ ਪੰਥ ਉਹਨਾਂ ਨੂੰ ਯਾਦ ਰੱਖੇਗਾ। ਔਰ ਇਹ ਬਹੁਤ ਵੱਡਾ ਘੱਲੂਘਾਰਾ, ਜਦੋਂ ਤੱਕ ਦੁਨੀਆ ਰਹੇਗਾ, ਖਾਲਸਾ ਰਹੇਗੀ, ਆਪਣੇ ਇਸ ਘੱਲੂਘਾਰੇ ਨੂੰ ਯਾਦ ਬਣਾਉਂਦੇ ਰਹੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਅਜੈਬ ਸਿੰਘ ਜੀ। ਬੜੀਆਂ ਬਖੂਬੀ ਵਧੀਆ ਜ਼ਿੰਮੇਵਾਰੀਆਂ ਨਿਭਾਈਆਂ ਨੇ। ਜਿਉਂ-ਜਿਉਂ ਬਾਬਾ ਜਰਨੈਲ ਸਿੰਘ ਜੀ ਬੁਲਾਉਂਦੇ ਰਹੇ ਨੇ, ਜਿਵੇਂ 3 ਵਚਨਾਂ ਦੀ ਗੱਲ ਕੀਤੀ ਹੈ, ਇਹਨਾਂ ਤੋਂ ਵਚਨਾਂ ਤੋਂ ਪਤਾ ਲੱਗਦਾ ਹੈ ਕਿ ਬਾਬਾ ਜਰਨੈਲ ਸਿੰਘ ਜੀ ਨੇ ਪਹਿਲੇ ਹੀ ਮਨ ਦੇ ਵਿੱਚ ਸੋਚਿਆ ਹੋਇਆ ਸੀ ਕਿ ਮੈਂ ਸ਼ਹੀਦੀ ਪਾ ਜਾਵਾਂਗਾ। ਜਿਵੇਂ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੀ ਉਦਾਹਰਨ ਦਿੱਤੀ ਹੈ, ਪਹਿਲਾਂ ਹੀ ਬਾਬਾ ਜਰਨੈਲ ਸਿੰਘ ਜੀ ਵਾਰ-ਵਾਰ ਜਿਹੜੇ ਵੀ ਆਪਾਂ ਸਿੰਘ ਦੇ ਨਾਲ ਮੁਲਾਕਾਤ ਕਰਦੇ ਹਾਂ, ਜਿਨ੍ਹਾਂ ਦੀਆਂ ਵੀ ਇੰਟਰਵਿਊਆਂ ਤੁਹਾਡੇ ਸਾਹਮਣੇ ਰੱਖੀਆਂ ਨੇ, ਹਰ ਇੱਕ ਨੇ ਇਹੀ ਗੱਲ ਕਹੀ ਹੈ ਵੀ ਬਾਬਾ ਜਰਨੈਲ ਸਿੰਘ ਜੀ ਹਰ ਸਿੰਘ ਦੇ ਨਾਲ ਇਹੀ ਗੱਲ ਕਰਦੇ ਸਨ ਕਿ ਮੈਂ ਸ਼ਹੀਦੀ ਪਾ ਜਾਵਾਂਗਾ, ਮੈਂ ਕੌਮ ਦੇ ਲਈ ਕੁਰਬਾਨ ਹੋ ਜਾਵਾਂਗਾ। ਸਿੱਖਾਂ ਦੇ ਨਾਲ ਪਿਆਰ ਕਰਨਾ, ਆਪਣੇ ਨਾਲ ਦੇ ਰਹਿਣ ਵਾਲੇ ਜਿੰਨੇ ਵੀ ਸਿੰਘ ਸਨ ਉਹਨਾਂ ਨੂੰ ਜ਼ਿੰਮੇਵਾਰੀਆਂ ਸਮਝਾਉਣੀਆਂ ਵੀ ਕੋਈ ਬਾਹਰ ਜਾ ਕੇ ਜ਼ਿੰਮੇਵਾਰੀ ਨਿਭਾਵੇ, ਜਾਂ ਇੱਥੇ ਮੋਰਚੇ ਦੀ ਜਰਨਲ ਸਵੇਗ ਸਿੰਘ ਦੇ ਨਾਲ ਰੱਖ ਕੇ, ਬਾਬਾ ਠਾਰਾ ਸਿੰਘ ਜੀ ਵਰਗੇ ਸੂਰਮਿਆਂ ਦੇ ਨਾਲ ਰੱਖ ਕੇ ਜ਼ਿੰਮੇਵਾਰੀਆਂ ਬਖੂਬੀ ਬਾਬਾ ਜਰਨੈਲ ਸਿੰਘ ਜੀ ਨੇ ਨਿਭਾਈਆਂ ਨੇ। ਤੇ ਉਹ ਜ਼ਿੰਮੇਵਾਰੀਆਂ ਕੱਲੀਆਂ ਬਾਬਾ ਜਰਨੈਲ ਸਿੰਘ ਜੀ ਨੇ ਹੀ ਨਹੀਂ ਨਿਭਾਈਆਂ, ਨਾਲ ਉਹਨਾਂ ਦੇ ਸਿੰਘ ਜਿਨ੍ਹਾਂ ਦੇ ਨਾਲ ਵੀ ਤੁਹਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦਰਸ਼ਨ ਮੇਲੇ ਕਰਵਾ ਰਹੇ, ਇੰਟਰਵਿਊਆਂ ਕਰਵਾ ਰਹੇ ਆ, ਉਹਨਾਂ ਨੇ ਵੀ ਉਹ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਨੇ ਤੇ ਅੱਜ ਤੱਕ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।